कबीर लेखा देना सुहेला। कबीर साहब जी फरमान करते हैं कि जे मनुख दे दिल की पवित्रता कायम होवे तां अपने अमलों का लेखा देना सौखा हो जाता है ते इस पवित्रता की बरकत नाल वो सच्ची कचहरी विच फिर कोई भी उसनूं रोक टोक नहीं हो सकती, भाव उसका कोई पल्ला नहीं फड़ सकता। आखो सतनाम। कबीर धरती अर आकाश मह दोए तू बरी अबद, खट दर्शन संसे परे अर 84 सिद्ध। सारी सृष्टि विच तू बली है, तैनू बड़ी औखियाई नाल ही मुकाया जा सकता है। कबीर धरती अर आकाश में दोए तू बरी अवध। अवध भाव तैनू बड़ी औखियाई नाल, खट दर्शन संसे परे अर 84 सिद्ध। छे भेखां दे त्यागी अते जोग दे साधना विच परपक होए 84 सिद्ध भी है दोए की तैथों सहमे होए हन। कबीर मेरा मुझ में किछ नहीं, जो किश है सो तेरा। तेरा तुझको सौंपते क्या लागे मेरा। कबीर मेरा मुझ में किश नहीं, जो किश है सो तेरा। हे मालक, जो कुछ भी मेरे पास है ये तन मन तन, इस विच कोई चीज़ ऐसी नहीं है जिन्हों मैं अपनी कह सका। जो कुछ भी मेरे कोल है ये सब तेरा ही दिता होया है। सतगुरु जी मेरा मुझ में किश नहीं, जो किस है सो तेरा। तेरा तुझको सौंपते, फिर तेरा तैनू सौंपण लग्या मैनू कादी अखियाई है। फिर मैनू कोई दिक्कत नहीं है, मैनू कोई अखियाई नहीं है। तेरा तुझको सौंपते, तेरी मेहर होवे, तेरी किरपा होवे, तेरा बख्शिया होया ये तन मन तन मैं तेरी भेंट करदा हाँ। सतगुरु सच्चे पातशाह हे मेरा दया साइया किरपा कर, इत्थे मेरी कोई भी चीज़ नहीं है, मेरा मुझ में किछ नहीं, जो किस है सो तेरा। तेरा तुझको सौंपते क्या लागे मेरा। कबीर तू तू करता तू हुआ, मुझ में रहा ना हूँ। जब आपा पर का मिट गया, जत देखो तत तू। मालक दे दर ते इउं आके हे मालक तेरी मेहर नाल हर वेले तेरा सिमरन करदिया मैं तेरे विच लीन हो रहा हाँ। मैं अंदर मैं दा ख्याल मेरे अंदरों खत्म हो गया, वो नहीं रह गया है। कबीर तू तू करता तू हुआ, मुझ में रहा ना हूँ। जब आपा पर का मिट गया, जत देखो तत तू। तेरा सिमरन करदिया तेरी बंदगी करदिया हुण जदों मेरे अंदरों ये पराए वाला वितकरा खत्म हो गया, हुण मेरे अंदर कोई वितकरा नहीं है। हुण मैनू जगत मुसाफिर खाना ही दिसदा है। ये दोए मिट गई है, मैं जिधर भी वेखदा हाँ हर थां मैनू तेरा ही रूप नजर आ रहा है। कबीर बेकार चितवते
ਝੂਠੇ ਕਰਤੇ ਆਸ, ਮਨੋਰਥ ਕੋਏ ਨਾ ਪੂਰਿਓ, ਚਾਲੇ ਊਠ ਨਿਰਾਸ। ਕਬੀਰ ਬਿਕਾਰ ਹੈ ਚਿਤ ਵਤੇ। ਜੋ ਮਨੁੱਖ ਦੋਏ ਵਿੱਚ ਭਾਵ ਇਹ ਵਿਤਕਰੇ ਵਿੱਚ ਫਸੇ ਹੋਏ ਹਨ ਤੇ ਇਹਦੇ ਵਿੱਚ ਫਸੇ ਰਹਿ ਕੇ ਮਾਲਕ ਦਾ ਸਿਮਰਨ ਨਹੀਂ ਕਰਦੇ, ਜੋ ਸਦਾ ਭੈੜੇ ਕਰਮਾਂ ਵਿੱਚ ਹੀ ਪੈਂਦੇ ਹਨ ਤੇ ਭੈੜੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸ਼ਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ। ਕਬੀਰ ਬਕਾਰੇ ਚਿਤ ਵਤੇ। ਆਪਣੇ ਅੰਦਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਹੀ ਗੱਲਾਂ ਚਿਤਵਦੇ ਰਹਿਣਾ, ਹੋਰ ਹੀ ਗੱਲਾਂ ਸੋਚਦੇ ਰਹਿਣਾ ਤੇ ਪਰਮਾਤਮਾ ਦੇ ਨਾਮ ਵੱਲ ਕਦੇ ਸੋਚੇ ਹੀ ਨਹੀਂ। ਮਨੋਰਥ ਕੋਏ ਨਾ ਪੂਰਿਓ। ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਇੱਥੋਂ ਤੁਰ ਪੈਂਦੇ ਐ ਤੇ ਉਹਨਾਂ ਦੇ ਮਨ ਦੀ ਦੌੜ ਭੱਜ ਫਿਰ ਪੂਰੀ ਨਹੀਂ ਹੁੰਦੀ ਤੇ ਅੱਗੇ ਜਾ ਕੇ ਵੀ ਫਿਰ ਉਹ ਇਸੇ ਵਾਸ਼ਨਾ ਮੁਤਾਬਕ ਭਟਕਦੇ ਰਹਿੰਦੇ ਹਨ। ਕਿਸੇ ਵੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ ਭੱਜ ਖਤਮ ਨਹੀਂ ਹੁੰਦੀ ਤੇ ਇਹ ਆਸਾਂ ਹੋਰ ਹੋਰ ਵੱਧਦੀਆਂ ਤੁਰੀਆਂ ਜਾਂਦੀਆਂ ਹਨ। ਪਰ ਕਬੀਰ ਸਾਹਿਬ ਜੀ ਕਹਿੰਦੇ ਆ ਵੀ ਇਸ ਸੰਸਾਰ ਦੇ ਵਿੱਚ ਸੁਖੀ ਕੌਣ ਹੈ। ਬੰਦਾ ਸੋਚਦਾ ਵੀ ਸ਼ਾਇਦ ਮੈਂ ਬਹੁਤੀ ਦੌੜ ਭੱਜ ਕਰਕੇ ਸੁਖੀ ਹੋ ਜਾਵਾਂਗਾ, ਪਰ ਕਬੀਰ ਸਾਹਿਬ ਜੀ ਕਿਤੇ ਸੁੱਖ ਹੋਰ ਦੱਸਦੇ ਆ। ਕਬੀਰ ਹਰ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨਾ ਡੋਲਾਈ, ਜਿਸ ਰਾਖੈ ਸਿਰਜਣਹਾਰ। ਕਬੀਰ ਸਾਹਿਬ ਜੀ ਕਹਿੰਦੇ ਆ ਭਾਈ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ, ਕਿ ਜੋ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ ਉਹੀ ਇਸ ਜਗਤ ਵਿੱਚ ਸੁਖੀ ਜੀਵਨ ਬਤੀਤ ਕਰਦਾ ਹੈ। ਇਤ ਉਤ ਕਤੇ ਨਾ ਡੋਲਈ। ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿੱਚ ਕਦੇ ਵੀ ਇਹਨਾਂ ਵਿਕਾਰਾਂ ਦੇ ਆਸਾਂ ਦੇ ਕਾਰਨ ਭਟਕਦਾ ਨਹੀਂ ਤੇ ਡੋਲਦਾ ਨਹੀਂ, ਕਿਉਂਕਿ ਪਰਮਾਤਮਾ ਆਪ ਉਹਨਾਂ ਨੂੰ ਹੱਥ ਦੇ ਕੇ ਬਚਾ ਲੈਂਦਾ ਹੈ। ਆਖੋ ਸਤਨਾਮ। ਜੇ ਉਹਦੇ ਨਾਲ ਸੁਰਤ ਜੁੜ ਜੇ, ਕਬੀਰ ਸਾਹਿਬ ਜੀ ਕਹਿੰਦੇ ਉੱਤੇ ਕਹਾਣੀ ਪੀੜਦਿਆਂ ਨੂੰ ਵੀ ਛੁਡਾ ਲੈਂਦਾ ਹੈ। ਆਖੋ ਸਤਨਾਮ। ਕਬੀਰ ਸਾਹਿਬ ਜੀ ਫਰਮਾਨ ਕਰਦੇ ਆ, ਕਬੀਰ ਕਹਾਣੀ ਪੀੜਤੇ ਸਤਿਗੁਰ ਲੀਏ ਛਡਾਏ। ਕਬੀਰ ਸਾਹਿਬ ਜੀ ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ ਕਹਾਣੀ ਵਿੱਚ ਇਉਂ ਪੀੜੇ ਜਾ ਰਹੇ ਹਨ ਜਿਵੇਂ ਕੋਲੂ ਦੇ ਤਿਲ ਵਿੱਚ ਪੀੜੇ ਜਾ ਰਹੇ ਹਨ। ਹਰ ਮਨੁੱਖ ਪੀੜਿਆ ਜਾ ਰਿਹਾ ਹੈ ਆਸਾਂ ਵਿੱਚ, ਵਿਕਾਰਾਂ ਵਿੱਚ। ਇਹ ਜਿਵੇਂ ਕੋਲੂ ਵਿੱਚ ਤਿਲ ਪੀੜਦੇ ਐਦਾਂ ਪੀੜਿਆ ਜਾ ਰਿਹਾ ਹੈ। ਪਰ ਜੋ ਜੋ ਹਰ ਕਾ ਸਿਮਰਨ ਕਰੈ ਉਹਨਾਂ ਨੂੰ ਸਤਿਗੁਰੂ ਜੀ ਇਸ ਕਹਾਣੀ ਵਿੱਚੋਂ ਬਚਾ ਲੈਂਦੇ ਹਨ। ਪਰਾ ਪੂਰਵਲੀ ਭਾਵਨੀ ਪ੍ਰਗਟ ਹੋਈ ਆਏ। ਮਾਲਕ ਦੇ ਚਰਨਾਂ ਨਾਲ ਉਹਨਾਂ ਦਾ ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ, ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ, ਉਹ ਸਿਮਰਨ ਦੀ ਬਰਕਤ ਤੇ ਸਤਿਗੁਰੂ ਦੀ ਮਿਹਰ ਨਾਲ ਮੁੜ ਕੇ ਵੀ ਹਿਰਦੇ ਵਿੱਚ ਚਮਕ ਪੈਂਦਾ ਹੈ। ਨਹੀਂ ਤਾਂ ਕਬੀਰ ਸਾਹਿਬ ਜੀ ਸਮਝਾਉਂਦੇ ਆ ਕਿ ਟਾਲੇ ਟੋਲੇ ਦਿਨ ਗਿਆ। ਇਹ ਟਾਲਿਆਂ ਟੋਲਿਆਂ 'ਚ ਹੀ ਸਮਾਂ ਬੀਤ ਜਾਂਦਾ ਵੀ ਹੁਣ ਕਰਾਂਗੇ, ਫਿਰ ਗਾਂ ਨੂੰ ਕਰਾਂਗੇ, ਹੁਣ ਆਹ ਕੰਮ ਕਰ ਲਈਏ, ਜਾਂ ਫਿਰ ਸ਼ੁਰੂ ਕਰਾਂਗੇ, ਜਾਂ ਸਵੇਰ ਤੋਂ ਸ਼ੁਰੂ ਕਰਾਂਗੇ। ਐਦਾਂ ਫਿਰ ਟਾਲੇ ਟੋਲਿਆਂ 'ਚ ਟਾਈਮ ਹੈ ਜਿਹੜਾ ਉਹ ਬੀਤ ਜਾਂਦਾ ਹੈ। ਕਬੀਰ ਸਾਹਿਬ ਜੀ ਸਮਝਾਉਣਾ ਕਰਦੇ ਹਨ, ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਵਢੰਤੋ ਜਾਏ। ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਕਬੀਰ ਸਾਹਿਬ ਜੀ ਕਹਿੰਦੇ ਜੋ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਹਨ ਭਾਈ, ਉਹਨਾਂ ਦੇ ਕੀਤੇ ਵਿਕਾਰਾਂ ਦੀਆਂ ਬਣਾਈਆਂ ਆਸਾਂ ਦੇ ਕਾਰਨ
ਸਿਮਰਨ ਵੱਲੋਂ ਅੱਜ ਭਲ ਕਰਦੇ ਉਹਨਾਂ ਦੀ ਉਮਰ ਸਮਾਂ ਗੁਜ਼ਰਦਾ ਜਾਂਦਾ ਹੈ ਤੇ ਵਿਕਾਰਾਂ ਤੇ ਆਸਾਂ ਦਾ ਵਿਆਜ ਹੈ ਜਿਹੜਾ ਉਹ ਵੱਧਦਾ ਤੁਰਿਆ ਜਾਂਦਾ ਹੈ। ਭਾਵ ਵਿਆਜ ਵੱਧਦਾ ਤੁਰਿਆ ਜਾਂਦਾ, ਜਦੋਂ ਕਰਜ਼ ਨਾ ਲਾਹੀਏ ਤਾਂ ਫਿਰ ਵਿਆਜ ਹੈ ਜਿਹੜਾ ਉਹ ਵੱਧਦਾ ਤੁਰਿਆ ਜਾਂਦਾ। ਇਸ ਤਰ੍ਹਾਂ ਭਾਈ ਸਿਮਰਨ ਤੋਂ ਬਿਨਾਂ ਵਿਆਜ ਆ ਜਿਹੜਾ ਉਹ ਸਿਰ ਚੜੀ ਜਾਂਦਾ ਹੈ ਤੇ ਇਸ ਕਰਕੇ ਫਿਰ ਇਸ ਕਰਜ਼ੇ ਦੇ ਹੇਠ ਆ ਕੇ ਇੱਥੋਂ ਤੁਰ ਜਾਣਾ। ਸਮਾਂ ਗੁਜ਼ਰਦਾ ਤੁਰਿਆ ਜਾਂਦਾ ਹੈ। ਟਾਲਾ ਟੋਲਾ ਦਿਨ ਗਿਆ, ਵਿਆਜ ਬੜੰਤੋ ਜਾਏ, ਨਾ ਹਰ ਭਜਿਓ। ਕਹਿੰਦੇ ਨਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਹੈ, ਨਾ ਹੀ ਉਹਨਾਂ ਵਿਕਾਰਾਂ ਤੇ ਆਸਾਂ ਦਾ ਲੇਖਾ ਮੁੱਕਦਾ ਹੈ। ਬਸ ਇਹਨਾਂ ਆਸਾਂ ਵਿੱਚ ਫਸੇ ਹੋਇਆਂ ਦੇ ਸਿਰ ਉੱਤੇ ਬਸ ਇਤਨੇ ਨੂੰ ਮੌਤ ਆ ਅੱਪੜਦੀ ਹੈ। ਮਹੱਲਾ ਪੰਜਵਾ। ਕਬੀਰ ਕੂਕਰ ਭੌਂਕਣਾ, ਕਰੰਗ ਪਿੱਛੇ ਉੱਠ ਧਾਏ। ਐ ਕਬੀਰ ਭੌਂਕਣ ਵਾਲਾ ਭਾਵ ਕੀ ਹੈ? ਲਾਲਚ ਦਾ ਮਾਰਿਆ ਕੂਕਰ ਸਦਾ ਮੁਰਦਾਰ ਵੱਲ ਦੌੜਦਾ ਹੈ। ਇਸ ਤਰ੍ਹਾਂ ਵਿਕਾਰਾਂ ਤੇ ਆਸਾਂ ਵਿੱਚ ਫਸਿਆ ਮੁਕ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ। ਤਾਈਏ ਇਹ ਸਿਮਰਨ ਵੱਲ ਫਿਰ ਟਾਲੇ ਮਟੋਲੇ ਕਰਦਾ ਰਹਿੰਦਾ ਹੈ, ਕਿਉਂਕਿ ਮਨ ਹੀ ਨਹੀਂ ਕਰਦਾ। ਮਨ ਹੈ ਜਿਹੜਾ ਉਹ ਤਾਂ ਹੋਰ ਪਾਸੇ ਲੱਗਿਆ ਹੋਇਆ ਹੈ ਤੇ ਫਿਰ ਸਿਮਰਨ ਵੱਲ ਮਨ ਲੱਗਦਾ ਨਹੀਂ ਹੈ ਤੇ ਟਾਲ ਮਟੋਲਿਆਂ ਵਿੱਚ ਫਿਰ ਸਮਾਂ ਜਿਹੜਾ ਭਾਈ ਉਹ ਗੁਜ਼ਰਦਾ ਤੁਰਿਆ ਜਾਂਦਾ ਹੈ। ਕਰਮੀ ਸਤਿਗੁਰ ਪਾਇਆ, ਜਿਨ ਹਉ ਲਿਆ ਛਡਾਏ। ਇਸ ਤਰ੍ਹਾਂ ਮੈਨੂੰ ਪਰਮਾਤਮਾ ਦੀ ਮਿਹਰ ਨਾਲ ਜਦੋਂ ਸਤਿਗੁਰੂ ਜੀ ਮਿਲ ਗਏ, ਮੈਂ ਗੁਰੂ ਦੇ ਚਰਨਾਂ ਨਾਲ ਜੁੜਿਆ ਤੇ ਫਿਰ ਉਹਨਾਂ ਨੇ ਮੈਨੂੰ ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਚੋਂ ਗੁਰੂ ਜੀ ਨੇ ਆਪਣਾ ਉਪਦੇਸ਼ ਦੇ ਕੇ ਛਡਾ ਲਿਆ। ਆਖੋ ਸਤਿਨਾਮ। ਮਹੱਲਾ ਪੰਜਵਾ। ਕਬੀਰ ਧਰਤੀ ਸਾਧ ਕੀ, ਤਸ ਕਰ ਬੈਸੈ ਗਾਹੇ। ਧਰਤੀ ਪਾਰ ਨਾ ਵਿਆਪਾਈ, ਉਨਕੋ ਲਾਹੂ ਲਾਹੇ। ਕਬੀਰ ਸਾਹਿਬ ਜੀ ਕਹਿੰਦੇ, ਜੇ ਵਿਕਾਰੀ ਮਨੁੱਖ ਚੰਗੇ ਭਾਗਾਂ ਨਾਲ ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿੱਚ ਕਿਤੇ ਆ ਕੇ ਬੈਠ ਜੇ, ਫਿਰ ਤਾਂ ਵਿਕਾਰੀਆਂ ਦਾ ਅਸਰ ਸੰਗਤ ਉੱਤੇ ਨਹੀਂ ਪੈਂਦਾ, ਕਿਉਂਕਿ ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ। ਉਹ ਵਿਕਾਰੀ ਬੰਦੇ ਜ਼ਰੂਰ ਸਤ ਸੰਗ ਵਿੱਚ ਆ ਕੇ ਵੀ ਲਾਭ ਉਠਾ ਲੈਂਦੇ ਹਨ। ਮਹੱਲਾ ਪੰਜਵਾ। ਕਬੀਰ ਚਾਵਲ ਕਾਰਨੇ, ਦੁਖ ਕੋ ਮੋਲੀ ਲਾਏ। ਸੰਗ ਕਸੰਗੀ ਬੈਸ ਤੇ, ਤਬ ਪੂਛੈ ਧਰਮ ਰਾਏ। ਕਬੀਰ ਚਾਵਲ ਕਾਰਨੇ, ਤੋਕੀ ਤੌਕੀ ਚੌਲਾਂ ਦੇ ਜਿਵੇਂ ਸਿੱਕੜ ਹੁੰਦੇ ਆ ਤੇ ਤੋਹਾਂ ਨਾਲੋਂ ਭਾਵ ਚੌਲ ਵੱਖਰੇ ਕਰਨ ਦੀ ਖਾਤਰ ਛੱਡਣ ਵੇਲੇ ਤੋਹਾਂ ਨੂੰ ਮੋਲੀ ਦੀ ਸੱਟ ਵੱਜਦੀ ਹੈ। ਉਹਨਾਂ ਨੂੰ ਛੱਡਣ ਵੇਲੇ ਉਹਨਾਂ ਨੂੰ ਮੋਲੀ ਦੀ ਸੱਟ ਹੈ ਜਿਹੜੀ ਉਹ ਸਹਿਣੀ ਪੈਂਦੀ ਹੈ। ਸੰਗ ਕਸੰਗੀ ਵੈਸ ਤੇ ਤਾਂ ਪੁੱਛਿਆ ਧਰਮ ਰਾਏ। ਇਸੇ ਤਰ੍ਹਾਂ ਭਾਈ ਜੋ ਮਨੁੱਖ ਵਿਕਾਰੀਆਂ ਦੀ ਸੰਗਤ ਵਿੱਚ ਬੈਠਦਾ ਹੈ ਉਹ ਵੀ ਵਿਕਾਰਾਂ ਦੀ ਸੱਟ ਖਾਂਦਾ ਹੈ, ਪਰ ਵਿਕਾਰ ਕਰਨ ਲੱਗ ਪੈਂਦਾ ਹੈ ਤੇ ਉਹ ਤੋਂ ਫਿਰ ਧਰਮ ਰਾਜ ਹੈ ਜਿਹੜਾ ਉਹ ਲੇਖਾ ਮੰਗਦਾ ਹੈ। ਸੰਗ ਕਸੰਗੀ ਵੈਸ ਤੇ ਤਬ ਪੁੱਛੈ ਧਰਮ ਰਾਏ। ਇਸ ਤਰ੍ਹਾਂ ਨਾਮਾ ਮਾਇਆ ਮੋਹਿਆ, ਕਹਿ ਤਿਲੋਚਨ ਮੀਤਾ। ਹੁਣ ਭਗਤ ਤਰਲੋਚਨ ਜੀ ਤੇ ਭਗਤ ਨਾਮਦੇਵ ਦੀ ਗੱਲ ਕਰਦੇ ਹਨ। ਭਗਤ ਕਬੀਰ ਜੀ ਤਰਲੋਚਨ ਜੀ ਆਖਦੇ ਹੈ ਕਿ ਐ ਮਿੱਤਰ ਨਾਮਦੇਵ, ਤੂੰ ਮਾਇਆ ਵਿੱਚ ਫਸਿਆ ਹੋਇਆ ਹੈ ਤੇ ਤੂੰ ਤਾਂ ਪਰਮਾਤਮਾ ਨਾਲ ਚਿੱਤ ਨਹੀਂ ਲਾਉਂਦਾ। ਆਪਾਂ ਕਹਿੰਦੇ ਵੀ ਤੂੰ ਸਾਰਾ ਦਿਨ ਕੰਮ 'ਚ ਲੱਗਿਆ ਰਹਿਣਾ ਭਾਈ, ਤੂੰ ਕਿਹੜਾ ਪਰਮਾਤਮਾ ਨਾਲ ਚਿੱਤ ਲਾਉਣਾ ਹੈ। ਇਸੇ ਤਰ੍ਹਾਂ ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਤਿਰਲੋਚਨ ਨੇ ਵੀ ਭਗਤ ਨਾਮਦੇਵ ਜੀ ਨੂੰ ਕਿਹਾ ਸੀਗਾ ਕਿ ਤੂੰ ਮਾਇਆ ਵਿੱਚ ਫਸਿਆ ਜਾਪਦਾ ਹੈ। ਕਾਹੇ ਸ਼ੀਪੋ ਛਾਏ ਲੈ ਰਾਮ ਨਾ ਲਾਵੋ ਚੀਤ। ਇਹ ਅੰਬਰੇ ਤੂੰ ਇਹ ਠੇਕਦਾ ਰਹਿਣਾ ਹੈ, ਇਹ ਤੂੰ ਸਾਰਾ ਦਿਨ ਸ਼ੀਪੋ ਛਾਇਲ ਭਾਵ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਨਹੀਂ ਜੋੜਦਾ ਤੇ ਸਾਰਾ ਦਿਨ ਇਹ ਚੰਦੇ ਵਗੈਰਾ ਠੇਕਦਾ ਰਹਿਣਾ, ਇਹ ਬਣਾਉਂਦਾ ਰਹਿਣਾ ਤੂੰ। ਤੇ ਫਿਰ
ਭਗਤ ਨਾਮਦੇਵ ਜੀ ਕਹਿੰਦੇ ਆ, ਨਾਮਾ ਕਹਿ ਤੇ ਲੋਚਨਾ ਮੁਖ ਤੇ ਰਾਮ ਸੰਭਾਲ। ਨਾਮਦੇਵ ਜੀ ਅੱਗੋਂ ਉੱਤਰ ਦਿੰਦੇ ਆ ਵੀ ਇਹ ਤਰਲੋਚਨ ਵੇਖ, ਮੂੰਹ ਨਾਲ ਪਰਮਾਤਮਾ ਦਾ ਨਾਮ ਜਪਣਾ ਹੈ ਤੇ ਕੰਮਕਾਰ ਤਾਂ ਸਰੀਰ ਨਾਲ ਕਰਨਾ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਵੇਖ, ਨਾਮ ਹੈ ਜਿਹੜਾ ਉਹ ਤਾਂ ਮੂੰਹ ਨਾਲ ਜਪਣਾ ਹੈ, ਹੱਥ ਪੈਰ ਵਰਤ ਕੇ ਸਾਰਾ ਕੰਮ ਕਾਜ ਕਰ ਅਤੇ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ ਕੇ ਰੱਖ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਇਆ, ਉਸੇ ਤਰ੍ਹਾਂ ਭਗਤ ਕਬੀਰ ਜੀ ਵੀ ਸਮਝਾਉਂਦੇ ਆ ਵੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਵੀ ਭਾਈ ਹੱਥਾਂ ਪੈਰਾਂ ਨਾਲ ਕੰਮ ਕਰਿਆ ਕਰ ਤੇ ਚਿੱਤ ਪਰਮਾਤਮਾ ਨਾਲ ਜੋੜ ਕੇ ਰੱਖਿਆ ਕਰ, ਤੇਰਾ ਲੋਕ ਵੀ ਸਵਰ ਜਾਏਗਾ ਤੇ ਤੇਰਾ ਪਰਲੋਕ ਵੀ ਸਵਰ ਜਾਏਗਾ। ਆਖੋ ਸਤਿਨਾਮ। ਮਹੱਲਾ ਪੰਜਵਾ। ਕਬੀਰਾ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾਹੇ। ਜਿਨ ਏ ਰਚਨ ਰਚਾਇਆ, ਤਿਸ ਹੀ ਮਾਹੇ ਸਮਾਹੇ। ਕਬੀਰ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾਹੇ। ਨਾ ਕੋਈ ਸਾਡਾ ਸਦਾ ਸਾਥੀ ਹੈ ਤੇ ਨਾ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ। ਇਹ ਤਾਂ ਬੇੜੀ ਦੇ ਪੂਰ ਦਾ ਮੇਲਾ ਹੈ ਤੇ ਪੂਰਾਂ ਦੇ ਪੂਰ ਆਉਂਦੇ ਆ ਤੇ ਪੂਰਾਂ ਦੇ ਪੂਰ ਇੱਥੋਂ ਚਲੇ ਜਾਂਦੇ ਹਨ। ਜਿਨ ਇਹ ਰਚਨ ਰਚਾਇਆ, ਤਿਸ ਹੀ ਮਾਹੇ ਸਮਾਹੇ। ਤਾਂ ਤੇ ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਹਦੀ ਯਾਦ ਵਿੱਚ ਟਿਕੇ ਰਹਿੰਦੇ ਹਾਂ। ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ। ਪੀਸਤ ਚਾਬਿਆ, ਸੋਈ ਨਿਭਿਆ ਸਾਥ। ਇਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਆ ਵੀ ਕੋਈ ਜੇ ਕਿਸੇ ਦੇ ਘਰੋਂ ਆਟਾ ਪੀ ਕੇ ਲਿਆਵੇ, ਭਾਵ ਕੋਈ ਇਸਤਰੀ ਕਿਸੇ ਦੇ ਘਰੋਂ ਮੰਨ ਲਓ ਵੀ ਆਟਾ ਪੀ ਕੇ ਲੈ ਕੇ ਆਈ ਹੈ ਤੇ ਆਪਣੇ ਘਰ ਆਉਂਦਿਆਂ ਉਹ ਆਟਾ ਚਿੱਕੜ 'ਚ ਡਿੱਗ ਪਏ ਤੇ ਉਹ ਵਿਚਾਰੀ ਦੇ ਹੱਥ ਪੱਲੇ ਕੁਝ ਵੀ ਨਹੀਂ ਰਹਿੰਦਾ। ਚੱਕੀ ਪੀਂਦਿਆਂ ਜਿਤਨੇ ਕੁ ਦਾਣੇ ਉਹਨੇ ਚੱਬ ਲਏ, ਬਸ ਉਹ ਉਸ ਦੇ ਕੰਮ ਆਇਆ। ਇਸ ਤਰ੍ਹਾਂ ਕਬੀਰ ਜੀ ਕਹਿੰਦੇ ਆ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ। ਹਾਥ ਦੀਪ ਕੂਏ ਪਰੈ। ਕਬੀਰ ਜੀ ਕਹਿੰਦੇ ਆ, ਮਨ ਜਾਣਦਾ ਸਾਰਾ ਕੁਝ ਵੀ ਇਹ ਕੰਮ ਮਾੜਾ ਤੇ ਆਹ ਕੰਮ ਚੰਗਾ ਹੈ ਤੇ ਠੱਗੀ ਦੀ ਕਮਾਈ ਵਾਲਾ ਪਾਪ ਹੈ, ਤੇ ਇਹ ਜਾਣਦੇ ਹੋਏ ਵੀ ਸਾਰਾ ਕੁਝ ਫੇਰ ਵੀ ਛੱਡਦਾ ਨਹੀਂ ਆ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਕਹਿੰਦੇ ਮਨ ਸਾਰੀਆਂ ਗੱਲਾਂ ਜਾਣਦਾ ਵੀ ਆਹ ਚੰਗਾ ਤੇ ਆਹ ਮਾੜਾ ਹੈ, ਆਹ ਘਾਟੇ ਵਾਲਾ ਕੰਮ ਹੈ, ਆਹ ਫਾਇਦੇ ਵਾਲਾ ਕੰਮ ਹੈ, ਪਰ ਫੇਰ ਵੀ ਇਹ ਉਹ ਕਰਨੇ ਛੱਡਦਾ ਨਹੀਂ। ਕਾਹੇ ਕੀ ਕੁਸਲਾਤ, ਹਾਥ ਦੀ ਦੀਪ ਕੂਏ ਪਰੈ। ਕਹਿੰਦੇ ਪਰਮਾਤਮਾ ਦੀ ਭਗਤੀ ਦਾ ਇੱਕ ਜਗਦਾ ਦੀਵਾ, ਜਿਹਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿੱਚ ਮਨੁੱਖ ਨੂੰ ਰਸਤਾ ਵਿਖਾਉਣਾ ਹੈ ਤੇ ਵਿਕਾਰਾਂ ਦੇ ਖੂਹ ਖਾਤੇ ਵਿੱਚ ਡਿੱਗਣੋਂ ਬਚਾਉਣਾ ਹੈ, ਪਰ ਉਹ ਦੀਵੇ ਤੋਂ ਕੀ ਸੁੱਖ ਲਿਆ। ਦੀਵਾ ਵੀ ਹੱਥ ਵਿੱਚ ਹੁੰਦਿਆਂ ਹੋਇਆਂ ਤੇ ਫੇਰ ਵੀ ਖੂਹ ਵਿੱਚ ਡਿੱਗ ਪਿਆ। ਇਦੋਂ ਮੂਰਖਤਾ ਕੀ ਹੋ ਸਕਦੀ ਹੈ। ਹੱਥ ਵਿੱਚ ਦੀਵਾ ਵੀ ਹੈ ਤੇ ਖੂਹ ਵੀ ਦਿਸੀ ਜਾਂਦਾ ਅੱਗੇ। ਚਾਨਣ ਹੁੰਦੇ ਹੋ ਜੇ ਹੁਣ ਵੇਖ ਕੀ ਛਾਲ ਮਾਰਤੀ, ਫੇਰ ਇਹਦੇ ਵਿੱਚ ਗੁਰੂ ਦਾ ਕੀ ਕਸੂਰ ਹੈ। ਗੁਰੂ ਵਿਚਾਰਾ ਕਿਆ ਕਰੈ, ਜਿਉ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗੇ, ਜੋ ਬਾਂਸ ਵਜਾਈਐ ਫੂਕ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉ, ਬਰਜੈ ਲੋਗ ਅਜਾਣ। ਕਬੀਰ ਸਾਹਿਬ ਜੀ ਕਹਿੰਦੇ ਆ ਕਿ ਜੇ ਤੂੰ ਚੀਤ ਨਿਰੰਜਨ ਨਾਲ ਜੋੜੀ ਰੱਖਣਾ ਹੈ, ਚਿੱਤ ਪਰਮਾਤਮਾ ਨਾਲ ਜੋੜ ਕੇ ਰੱਖਣਾ ਹੈ, ਤਾਂ ਇਹ ਚੇਤਾ ਰੱਖ ਕੇ ਮੂਰਖ ਜਗਤ ਭਾਵ ਸਾਗ ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤਕਾਰ, ਘਟ ਘਟ ਦੀ ਜਾਣਨ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ
ਰਸਤੇ ਵਿੱਚ ਰੋਕ ਪਾਉਂਦਾ ਹੈ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਵਰਜੈ ਲੋਗ ਅਜਾਨ, ਤਾਂ ਸਿਉ ਟੂਟੀ ਕਿਉ ਬਣੈ, ਜਾ ਕੇ ਜੀ ਪਰਾਨ। ਅਸੀਂ ਇਸ ਧੋਖੇ ਵਿੱਚ ਆਇਆ ਘਾਟਾ ਹੀ ਘਾਟਾ ਹੈ, ਕਿਉਂਕਿ ਜਿਸ ਪਰਮਾਤਮਾ ਦੀ ਦਿੱਤੀ ਹੋਈ ਜਿੰਦ ਜਾਨ ਹੈ ਉਸ ਨਾਲੋਂ ਵਿਛੜੀ ਹੋਈ ਕਿਸੇ ਹਾਲਤ ਵਿੱਚ ਵੀ ਇਹ ਸੋਹਣੀ ਨਹੀਂ ਲੱਗ ਸਕਦੀ। ਭਾਵ ਕੀ ਹੈ ਵੀ ਸੌਖੀ ਨਹੀਂ ਰਹਿ ਸਕਦੀ। ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ। ਇਹ ਜ਼ਿੰਦਗੀ ਹੈ, ਜਿੰਦ ਦਾ ਦਾਤੇ ਪ੍ਰਭੂ ਨਾਲ ਵਿਛੜੀ ਹੋਈ ਜਿੰਦ ਸੌਖੀ ਨਹੀਂ ਰਹਿ ਸਕਦੀ। ਤਾਂ ਸੋ ਟੂਟੀ ਕਿਉਂ ਬਣਾ, ਤਾਂ ਤੇ ਹੇ ਕਬੀਰ ਉਸ ਜਿੰਦ ਦਾਤੇ ਨੂੰ ਭੁਲਾ ਕੇ ਘਰ ਮਹਿਲ ਮਾੜੀਆਂ ਬੜੇ ਸ਼ੌਂਕ ਨਾਲ ਸਜਾ ਸਜਾ ਕੇ ਇਉਂ ਆਤਮਕ ਮੌਤੇ ਮਰ ਰਹੀ ਹੈ। ਪਰ ਇਹ ਭੁੱਲ ਗਿਆ ਕਿ ਕਾਰਜ 3.5 ਹੱਥ ਘਣੀ ਤਾਂ ਪੌਣੇ 4। ਕਹਿੰਦੇ ਤੁਹਾਡੀ ਆਪਣੀ ਲੋੜ ਤਾਂ 3.5 ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ, ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਕੱਦ ਅਨੁਸਾਰ ਤੁਸੀਂ ਇਤਨੀ ਕੁ ਹੀ ਵਰਤਦੇ ਹੋ। ਪਰ ਜੇ ਤੁਹਾਡਾ ਕੱਦ ਕੁਝ ਲੰਮਾ ਹੈ, ਤੁਹਾਨੂੰ ਕੁਝ ਵੱਧ ਜ਼ਮੀਨ ਦੀ ਲੋੜ ਪੈ ਸਕਦੀ ਹੈ, ਤਾਂ ਪੌਣੇ 4 ਹੱਥ ਵਰਤ ਲੈਂਦੇ ਹਨ। ਕਾਰਜ 3.5 ਹੱਥ ਘਣੀ ਤਾਂ ਪੌਣੇ 4। ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਕਬੀਰ ਸਾਹਿਬ ਜੀ ਕਹਿੰਦੇ ਹੈ ਕਿ ਭਾਈ ਇਹ ਸਾਰਾ ਦਿਨ ਚੀਤ ਰੰਜਨ ਨਾਲ ਰੱਖਣ ਦੇ ਤਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈ, ਪਰ ਤੇਰੇ ਮੇਰੇ ਸੋਚਾਂ ਸੋਚਣ ਨਾਲ ਕੁਝ ਵੀ ਨਹੀਂ ਬਣਦਾ। ਪਰਮਾਤਮਾ ਉਹੀ ਕੁਝ ਕਰਦਾ ਹੈ ਜੋ ਮੈਂ ਸੋਚਦਾ ਹਾਂ, ਭਾਵ ਜੋ ਅਸੀਂ ਸੋਚਦੇ ਹਾਂ ਪਰਮਾਤਮਾ ਆਪਣੀ ਮਰਜ਼ੀ ਦੇ ਨਾਲ ਕਰ ਰਿਹਾ ਹੈ, ਤੇ ਸਾਡੀ ਮਰਜ਼ੀ ਨਾਲ ਕੁਝ ਵੀ ਨਹੀਂ ਹੁੰਦਾ। ਆਪਣਾ ਚਿਤਵਿਆ ਹਰ ਕਰੈ, ਪਰਮਾਤਮਾ ਜੋ ਆਪ ਚਿਤਵਦਾ ਉਹੀ ਕਰਦਾ ਹੈ। ਜੋ ਮੇਰੇ ਚਿੱਤ ਨਾ ਹੋਏ ਤੇ ਜੋ ਕੁਝ ਉਹ ਪਰਮਾਤਮਾ ਸੋਚਦਾ ਉਹ ਸਾਡੇ ਚਿੱਤ ਚੇਤੇ ਵੀ ਕਈ ਵਾਰੀ ਨਹੀਂ ਹੁੰਦਾ। ਇਸ ਤਰ੍ਹਾਂ ਭਗਤ ਕਬੀਰ ਜੀ ਆਪਣੇ ਪਾਵਨ ਪਵਿੱਤਰ ਸ਼ਲੋਕਾਂ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।